ਗੱਲ ਕਰਾਂਗੇ ਯੋਗ ਗੁਰੂ ਬਾਬਾ ਰਾਮਦੇਵ ਦੀ। ਬਾਬਾ ਰਾਮਦੇਵ ਨੂੰ ਬਿਜ਼ਨਸਮੈਨ ਤੋਂ ਘੱਟ ਕਿਹਾ ਵੀ ਨਹੀਂ ਜਾ ਸਕਦਾ ਤੇ ਹਾਲ ਹੀ ਦੇ ਵਿੱਚ ਬਾਬਾ ਰਾਮਦੇਵ ਦੇ ਇਸ ਲੱਖਾਂ ਕਰੋੜਾਂ ਦੇ ਬਿਜ਼ਨਸ ਦੇ ਖੁਲਾਸੇ ਹੋਏ ਨੇ। ਦੀ ਵਾਇਰ ਦੀ ਰਿਪੋਰਟ ਨੇ ਇੰਨੇ ਵੱਡੇ ਖੁਲਾਸੇ ਕੀਤੇ ਨੇ। ਕਿਸ ਤਰੀਕੇ ਦੇ ਨਾਲ ਆਯੁਰਵੈਦਿਕ ਜਿਹੜਾ ਬਾਬਾ ਰਾਮਦੇਵ ਹੈ, ਪਤੰਜਲੀ ਦੇ ਸਿਰ ਤੇ ਕਿੰਨੇ ਵੱਡੇ ਇਸਨੇ ਕਾਲੇ ਕਾਰਨਾਮੇ ਕੀਤੇ ਨੇ ਤੇ ਅੱਜ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਲੱਖਾਂ ਕਰੋੜਾਂ ਦਾ ਮਾਲਿਕ ਬਣਿਆ ਹੈ। ਇਸ ਰਿਪੋਰਟ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਹਿਲ ਜਾਓਗੇ ਤੇ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿਸ ਤਰੀਕੇ ਦੇ ਨਾਲ ਬ੍ਰਾਂਡ ਗੁਰੂ ਬਾਬਾ ਰਾਮਦੇਵ ਆਪਣੇ ਕਾਲੇ ਕਾਰਨਾਮੇ ਕਰਦਾ ਹੈ ਤੇ ਲੋਕਾਂ ਨੂੰ ਇਸ ਬਾਰੇ ਪਤਾ ਤੱਕ ਨਹੀਂ ਚੱਲਦਾ। ਟੀਵੀ ਤੇ ਨਾਮੇ ਬ੍ਰਾਂਡ ਆਉਂਦੇ ਨੇ, ਪਤੰਜਲੀ ਯਾਨੀ ਕਿ ਆਯੁਰਵੇਦ ਦਾ ਵੱਡਾ ਭਰੋਸਾ, ਪਰ ਹੁਣ ਇਸ ਭਰੋਸੇ ਨੇ ਤਾਰ-ਤਾਰ ਕਰ ਦਿੱਤਾ ਹੈ ਤੇ ਖੁਲਾਸੇ ਕੀਤੇ ਨੇ ਦੀ ਵਾਇਰ ਰਿਪੋਰਟ ਨੇ। ਦੀ ਵਾਇਰ ਰਿਪੋਰਟ ਦਾ ਹਵਾਲਾ ਦੇ ਰਹੇ ਹਾਂ ਅਸੀਂ। ਸਾਲ 2014 ਦੀਆਂ ਚੋਣਾਂ ਤੋਂ ਪਹਿਲਾਂ ਕਾਲੇ ਧਨ ਦੀ ਵਾਪਸੀ ਦੇ ਦਾਅਵੇ ਕਰਨ ਵਾਲਾ ਯੋਗ ਗੁਰੂ ਅਤੇ ਕਾਰੋਬਾਰੀ ਬਾਬਾ ਰਾਮਦੇਵ, ਜਿਸ ਪਤੰਜਲੀ ਗਰੁੱਪ ਦਾ ਚਿਹਰੇ ਹਨ, ਉਸ ਦੀ ਕਾਲੀ ਕਮਾਈ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ। ਦੀ ਵਾਇਰਸ ਦੀ ਰਿਪੋਰਟ ਕਲੈਕਟਿਵ ਨੇ ਇਹ ਖੁਲਾਸੇ ਕੀਤੇ ਨੇ। ਰਿਪੋਰਟ ਦੇ ਜਿਹੜੇ ਮੇਨ ਮੈਂਬਰ ਹੈ ਗਿਰੀਸ਼ ਜਿਲਹਾਰ ਅਤੇ ਤਪੱਸਿਆ, ਇਹ ਦੱਸਦੇ ਨੇ ਕਿਸ ਤਰੀਕੇ ਦੇ ਨਾਲ ਕੁਝ ਕੁ ਸਾਲਾਂ ਦੇ ਵਿੱਚ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਪਤੰਜਲੀ ਦਾ ਬਾਬਾ ਜਿਹੜਾ ਅੱਜ ਕੱਲ ਫੇਮਸ ਕਾਫੀ ਹੈ, ਲੱਖਾਂ ਕਰੋੜਾਂ ਅਰਬਾਂ ਦਾ ਮਾਲਿਕ ਬਣ ਗਿਆ। ਰਾਮਦੇਵ ਦੇ ਪਰਿਵਾਰ ਦੇ ਲੋਕਾਂ ਅਤੇ ਕਰੀਬੀਆਂ ਨੇ ਜਾਲੀ ਕੰਪਨੀ ਦੇ ਜ਼ਰੀਏ ਹਰਿਆਣਾ ਦੇ ਵਿੱਚ ਕਈ ਏਕੜ ਜ਼ਮੀਨ ਦੀ ਖਰੀਦ ਫਰੋਖਤ ਕੀਤੀ ਅਤੇ ਰਾਮਦੇਵ ਨੂੰ ਰੀਅਲ ਸਟੇਟ ਦਾ ਬਾਦਸ਼ਾਹ ਬਣਾ ਦਿੱਤਾ। ਸੁਣ ਕੇ ਕਿੰਨੀ ਹੈਰਾਨੀ ਹੁੰਦੀ ਹੋਵੇਗੀ ਜਦੋਂ ਟੀਵੀ ਅਖਬਾਰਾਂ ਦੇ ਵਿੱਚ ਅਸੀਂ ਆਯੁਰਵੇਦ ਦਾ ਭਰੋਸਾ ਬਾਬਾ ਰਾਮਦੇਵ ਨੂੰ ਦੱਸਦੇ ਹਾਂ। ਇਸ ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਮਦੇਵ ਨੂੰ ਭਾਰਤ ਵਿੱਚ ਯੋਗ ਗੁਰੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪਰ ਦਿੱਲੀ ਦੇ ਨਾਲ ਲੱਗਦੇ ਮਾਗਰ ਨਾਂ ਦੇ ਪਿੰਡ ਵਿੱਚ ਉਸ ਨੂੰ ਰੀਅਲ ਅਸਟੇਟ ਦੀ ਦੁਨੀਆ ਦਾ ਬਾਦਸ਼ਾਹ ਕਹਿਣਾ ਕਿਤੇ ਗਲਤ ਨਹੀਂ ਹੈ, ਸਗੋਂ ਲੋਕ ਉੱਥੇ ਉਸ ਨੂੰ ਬਾਦਸ਼ਾਹ ਹੀ ਕਹਿੰਦੇ ਨੇ। ਤੇ ਦੱਸ ਦਈਏ, ਅਸਟੇਟ ਦੀ ਦੁਨੀਆ ਦਾ ਬਾਦਸ਼ਾਹ ਉੱਥੋਂ ਦੇ ਸਥਾਨਕ ਲੋਕਾਂ ਦੇ ਲਈ ਕਿਸੇ ਰੱਬ ਨਾਲੋਂ ਘੱਟ ਵੀ ਨਹੀਂ ਹੈ। ਰਿਪੋਰਟ ਦੱਸਦੀ ਹੈ ਕਿ ਉਹਨਾਂ ਨੂੰ ਰੀਅਲ ਅਸਟੇਟ ਦਾ ਬਾਦਸ਼ਾਹ ਬਣਾਉਣ ਦੇ ਵਿੱਚ ਜਾਲੀ ਕੰਪਨੀਆਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਜਾਲੀ ਕੰਪਨੀ ਸਿਰਫ ਕਾਗਜ਼ਾਂ ਉੱਤੇ ਹੁੰਦੀਆਂ ਨੇ, ਇਹਨਾਂ ਦੇ ਜ਼ਰੀਏ ਲੈਣ ਦੇਣ ਹੁੰਦਾ ਹੈ, ਮਗਰ ਇਹ ਨਹੀਂ ਪਤਾ ਚੱਲਦਾ ਕਿ ਇਹਨਾਂ ਕੰਪਨੀਆਂ ਦਾ ਅਸਲ ਮਾਲਿਕ ਅਸਲ ਦੇ ਵਿੱਚ ਹੈ ਕੌਣ ਹੈ, ਇਹ ਕੰਪਨੀਆਂ ਕਿੱਥੇ ਕੰਮ ਕਰਦੀਆਂ ਨੇ ਤੇ ਕੰਪਨੀਆਂ ਦੇ ਲੈਣ ਦੇਣ ਕਰ ਕੌਣ ਰਿਹਾ ਹੈ। ਤੇ ਨਾਲ ਹੀ ਦੱਸ ਦਈਏ, ਇਹਨਾਂ ਕੰਪਨੀਆਂ ਨੂੰ ਬਣਾਉਣ ਦਾ ਮਕਸਦ ਸਿਰਫ ਤੇ ਸਿਰਫ ਨੋਟ ਲੱਖਾਂ ਕਰੋੜਾਂ ਦੇ ਵਿੱਚ ਛਾਪਣਾ ਹੁੰਦਾ ਹੈ। ਸਭ ਕੁਝ ਬੈਂਕਿੰਗ ਚੈਨਲ ਜ਼ਰੀਏ ਹੁੰਦਾ ਹੈ, ਪਰ ਇਹ ਨਹੀਂ ਪਤਾ ਲੱਗਦਾ ਕਿ ਅਸਲ ਦੇ ਵਿੱਚ ਕੰਪਨੀ ਦਾ ਮਾਲਕ ਕੌਣ ਹੈ। ਇਸ ਦੇ ਨਾਲ ਹੀ ਦੱਸ ਦਈਏ, ਵੱਡੇ ਕਾਰੋਬਾਰੀ ਟੈਕਸ ਚੋਰੀ ਤੋਂ ਬਚਣ ਦੇ ਲਈ ਅਜਿਹੀਆਂ ਕੰਪਨੀਆਂ ਦਾ ਆਮ ਤੌਰ ਤੇ ਨਿਰਮਾਣ ਕਰਦੇ ਨੇ, ਪਰ ਇਸ ਨਾਲ ਸਰਕਾਰ ਅਤੇ ਲੋਕਾਂ ਨੂੰ ਇਹ ਦੱਸਣ ਤੋਂ ਬਚੇ ਰਹਿੰਦੇ ਨੇ ਕਿ ਉਹਨਾਂ ਦੇ ਪੈਸੇ ਕਿੱਥੋਂ ਆ ਰਿਹਾ ਹੈ, ਕਮਾਈ ਕਿੱਥੋਂ ਹੋਈ ਹੈ ਅਤੇ ਕਿੱਥੇ ਤੋਂ ਇਹ ਲਗਾਇਆ ਜਾ ਰਿਹਾ ਪੈਸਾ। ਇੱਕ ਤਰ੍ਹਾਂ ਤੋਂ ਸਮਝੋ ਕਿ ਉਹ ਕਾਲੇ ਧਨ ਜਿਸ ਦੀ ਚਰਚਾ ਬਾਬਾ ਰਾਮਦੇਵ ਸਾਲ 2014 ਤੋਂ ਪਹਿਲਾਂ ਖੂਬ ਕਰਦੇ ਰਹਿੰਦੇ ਨੇ ਕਿ ਕਾਲੇ ਧਨ ਨੂੰ ਬਾਹਰ ਕੱਢਿਆ ਜਾਵੇ, ਦੇਸ਼ ਨੂੰ ਘੁਣ ਵਾਂਗੂ ਕਾਲਾ ਧਨ ਖਾ ਰਿਹਾ ਹੈ, ਪਰ ਹੁਣ ਬਾਬਾ ਰਾਮਦੇਵ ਦਾ ਵੱਡਾ ਨਾਮ ਜਿਹੜਾ ਦੀ ਵਾਇਰ ਦੀ ਰਿਪੋਰਟ ਦੇ ਵਿੱਚ ਆਂਦਾ ਹੈ, ਕਿਸ ਤਰੀਕੇ ਦੇ ਨਾਲ ਕਾਲੇ ਧਨ ਦਾ ਬਾਦਸ਼ਾਹ ਬਾਬਾ ਰਾਮਦੇਵ ਹੈ। ਇਸ ਰਿਪੋਰਟ ਦੇ ਜ਼ਰੀਏ ਸਭ ਕੁਝ ਪਤਾ ਚੱਲਿਆ ਹੈ। ਇੱਕ ਤਰ੍ਹਾਂ ਤੋਂ ਸਮਝ ਲਓ ਕਿ ਕਾਲੇ ਧਨ ਜਿਸ ਦੀ ਚਰਚਾ ਬਾਬਾ ਰਾਮਦੇਵ ਸਾਲ 2014 ਤੋਂ ਪਹਿਲਾਂ ਖੂਬ ਕਰਦੇ ਸਨ, ਪਰ ਦੱਸਦੀ ਹੈ ਕਿ ਸਭ ਤੋਂ ਵਧੀਆ ਢੰਗ ਹੈ ਕਾਲੇ ਧਨ ਨੂੰ ਲੁਕਾਉਣ ਦਾ ਜਾਲੀ ਕੰਪਨੀਆਂ, ਜੋ ਬਾਬਾ ਰਾਮਦੇਵ ਕਰਦੇ ਹੋਏ ਨਜ਼ਰ ਆ ਰਹੇ ਨੇ। ਦੀ ਰਿਪੋਰਟਸ ਕਲੈਕਟਿਵ ਨੇ ਆਪਣੀ ਪੜਤਾਲ ਦੇ ਵਿੱਚ ਪਾਇਆ ਕਿ ਪਤੰਜਲੀ ਗਰੁੱਪ ਦੇ ਨਾਲ ਜੁੜੀਆਂ ਕਈ ਜਾਲੀ ਕੰਪਨੀਆਂ ਹਨ। ਕਾਗਜ਼ਾਂ ਉੱਤੇ ਇਹਨਾਂ ਕੰਪਨੀਆਂ ਨੂੰ ਬਿਜ਼ਨਸ ਨੂੰ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ, ਪਰ ਅਸਲ ਦੁਨੀਆ ਦੇ ਵਿੱਚ ਅਜਿਹੀਆਂ ਕੋਈ ਕੰਪਨੀਆਂ ਹੈ ਹੀ ਨਹੀਂ ਜੋ ਬਿਜ਼ਨਸ ਕਰਦੀਆਂ ਨੇ। ਤੇ ਨਾਲ ਹੀ ਦੱਸ ਦਈਏ, ਇਹਨਾਂ ਜਾਲੀ ਕੰਪਨੀਆਂ ਦੇ ਵਿੱਚ ਪੈਸੇ ਕਿਸ ਨੇ ਲਗਾਏ ਨੇ, ਕਿੱਥੋਂ ਲਗਾਏ ਨੇ ਤੇ ਪੈਸੇ ਅੱਗੇ ਕਿੱਥੇ ਵਰਤੇ ਜਾ ਰਹੇ ਨੇ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਥੇ ਪੈਸੇ ਦੇ ਨਾਲ ਜਿਨ੍ਹਾਂ ਜਾਲੀ ਕੰਪਨੀਆਂ ਦੇ ਦਹਾਕਿਆਂ ਤੋਂ ਦਿੱਲੀ ਦੇ ਵਿੱਚ ਫੇਫੜਿਆਂ ਦੇ ਤੌਰ ਤੇ ਕੰਮ ਕੀਤਾ ਹੈ ਤੇ ਹੁਣ ਅਗਰਵਾਲੀ ਦੇ ਮਾਂਗਰ ਦੇ ਖੇਤਰ ਦੇ ਵਿੱਚ ਕਈ ਏਕੜ ਜ਼ਮੀਨ ਖਰੀਦੀ ਹੈ। ਇਹਨਾਂ ਜ਼ਮੀਨਾਂ ਨੂੰ ਖਰੀਦਣ ਦੇ ਵੇਚਿਆ ਗਿਆ ਹੈ, ਵੇਚ ਕੇ ਜੋ ਪੈਸਾ ਮਿਲਿਆ ਹੈ ਉਸ ਪੈਸੇ ਨੂੰ ਫਿਰ ਤੋਂ ਦੂਜੀ ਜ਼ਮੀਨ ਖਰੀਦਣ ਦੇ ਉੱਪਰ ਲਗਾ ਦਿੱਤਾ ਗਿਆ ਹੈ। ਉਸ ਨਾਲ ਮੁੜ ਤੋਂ ਅਗਰਵਾਲੀ ਦੇ ਇਲਾਕੇ ਦੇ ਵਿੱਚ ਜ਼ਮੀਨ ਦੀ ਖਰੀਦੋ
ਫਰਲੋਤ ਦਾ ਕੰਮ ਕੀਤਾ ਜਾਂਦਾ ਹੈ। ਸੰਖੇਪ ਦੇ ਵਿੱਚ ਮੋਦੀ ਸਰਕਾਰ ਦੇ ਵਿੱਚ ਕਾਲੇ ਧਨ ਤੋਂ ਮੁਕਤੀ ਦਿਵਾਉਣ ਦਾ ਦਾਅਵਾ ਕਰਨ ਵਾਲਾ ਬਾਬਾ ਰਾਮਦੇਵ ਅਤੇ ਅਜਿਹੇ ਉਸਦੇ ਨਿੱਜੀ ਲੋਕ ਨੇ ਜਿਨ੍ਹਾਂ ਦਾ ਨਾਮ ਸ਼ਾਮਿਲ ਹੈ। ਦੱਸਦੀ ਹੈ ਮਾਂਗਰ ਦੀਆਂ ਜ਼ਮੀਨਾਂ ਬਾਰੇ ਜਾਣਕਾਰੀ ਲੈ ਲੈਂਦੇ ਆ। ਮਾਂਗਰ ਦਿੱਲੀ ਦੇ ਨਾਲ ਇੱਕ ਲੱਗਦਾ ਛੋਟਾ ਜਿਹਾ ਪਿੰਡ ਹੈ ਜੋ ਕਿ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਕੌਮੀ ਰਾਜਨੀਤੀ ਖੇਤਰ ਦੇ ਨੇੜੇ ਹੋਣ ਕਾਰਨ ਇੱਥੇ ਜ਼ਮੀਨ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਨੇ ਤੇ ਇਹ ਇਲਾਕਾ ਜੰਗਲਾਂ ਦੇ ਨਾਲ ਭਰਿਆ ਹੋਇਆ ਹੈ। ਅਰਾਵਲੀ ਦੀਆਂ ਪਹਾੜੀਆਂ ਦੇ ਵਿੱਚ ਆਉਂਦਾ ਹੈ। ਜੇ ਆਦਰਸ਼ ਤੌਰ ਤੇ ਦੇਖਿਆ ਜਾਵੇ ਤਾਂ ਇਹ ਇਲਾਕਾ ਜਿਹੜਾ ਹੈ ਜੰਗਲ ਵਿਭਾਗ ਦੇ ਅਨੁਸਾਰ ਉਸ ਦੇ ਹੇਠ ਆਉਂਦਾ ਹੈ ਤੇ ਨਾਲ ਹੀ ਦੱਸਦੀ ਹੈ ਵਨ ਸੁਰੱਖਿਆ ਨਿਯਮਾਂ ਤਹਿਤ ਇਸ ਖੇਤਰ ਨੂੰ ਸੁਰੱਖਿਆ ਮਿਲਦੀ ਹੈ। ਪਰ ਇਹ ਇਲਾਕਾ ਬਿਲਕੁਲ ਦਿੱਲੀ ਦੇ ਨਾਲ ਜੁੜਿਆ ਹੋਇਆ ਹੈ। ਰੀਅਲ ਸਟੇਟ ਕਾਰੋਬਾਰੀਆਂ ਦੇ ਲਈ ਇੱਕ ਖਜ਼ਾਨੇ ਤੋਂ ਘੱਟ ਤਾਂ ਨਹੀਂ ਹੈ। ਅਗਸਤ 2023 ਦੇ ਵਿੱਚ ਮੋਦੀ ਸਰਕਾਰ ਨੇ ਵਨ ਸੁਰੱਖਿਆ ਨਿਯਮਾਂ ਦੇ ਵਿੱਚ ਇਸ ਤਰ੍ਹਾਂ ਦਾ ਬਦਲਾਅ ਕੀਤਾ ਹੈ ਕਿ ਜਿਸ ਦੀ ਵਜ੍ਹਾ ਦੇ ਨਾਲ ਨਾਜਾਇਜ਼ ਕਬਜ਼ਾ ਹੀ ਸਹੀ ਪਰ ਸੰਬੰਧ ਜੰਗਲਾਤ ਦੀ ਜ਼ਮੀਨ ਜਿਹੜੀ ਹੈ ਉਸ ਦੇ ਵਰਗਾ ਦੇ ਵਿੱਚ ਆਉਣ ਵਾਲੇ ਇਸ ਇਲਾਕੇ ਨੂੰ ਇਸ ਕਾਨੂੰਨ ਦੇ ਤਹਿਤ ਥੋੜੀ ਬਹੁਤ ਜੋ ਸੁਰੱਖਿਆ ਮਿਲੀ ਸੀ ਉਹ ਵੀ ਜਾਂਦੀ ਰਹੀ ਹੈ। ਰਹਿੰਦੀ ਖੂੰਦੀ ਕਸਰ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੂਰੀ ਕਰ ਦਿੱਤੀ। ਜੰਗਲਾਤ ਵਾਲੀ ਜ਼ਮੀਨ ਦੀ ਖਰੀਦੋ ਫਰਲੋਤ ਜਿਹੜੀ ਹੈ ਸੁਪਰੀਮ ਕੋਰਟ ਦਾ ਕਾਨੂੰਨ ਅੜਿੱਕਾ ਬਣਿਆ ਹੋਇਆ ਹੈ। ਹਰਿਆਣਾ ਸਰਕਾਰ ਨੇ ਇਸ ਅੜਿੱਕੇ ਨੂੰ ਸਿਰੇ ਤੋਂ ਹੀ ਖਤਮ ਕਰਨ ਲਈ ਚੁੱਪਚਾਪ ਰਾਸ ਪੱਧਰਾ ਕਰ ਦਿੱਤਾ। ਇਸ ਦਾ ਲਾਭ ਆਖਰ ਵਿੱਚ ਪਤੰਜਲੀ ਗਰੁੱਪ ਅਤੇ ਉਸਦੇ ਦੂਸਰੇ ਰੀਅਲ ਸਟੇਟ ਕਾਰੋਬਾਰ ਨੂੰ ਮਿਲਿਆ। ਸਰਕਾਰੀ ਰਿਪੋਰਟਾਂ ਤੋਂ ਤਾਂ ਪਤਾ ਚੱਲਦਾ ਹੈ ਕਿ ਹਰਿਆਣਾ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਤੇ ਠੋਸ ਯਤਨ ਵੀ ਕੀਤੇ ਨੇ ਇਹਨਾਂ ਸੰਵੇਦਨਸ਼ੀਲ ਨਾਜ਼ੁਕ ਅਰਾਵਲੀ ਦੀਆਂ ਪਹਾੜੀਆਂ ਨੂੰ ਕੋਈ ਸੁਰੱਖਿਆ ਨਾ ਮਿਲੇ। ਸੂਬੇ ਨੇ 1946 ਅਤੇ 2000 ਦੇ ਸੁਪਰੀਮ ਕੋਰਟ ਦੇ ਦੋ ਮਹੱਤਵਪੂਰਨ ਹੁਕਮਾਂ ਜਿਹੜੇ ਨੇ ਕਲੈਕਟਿਵ ਦੀ ਰਿਪੋਰਟ ਦੇ ਦੂਸਰੇ ਹਿੱਸੇ ਦੇ ਵਿੱਚ ਵੀ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਤੰਤਰ ਨੇ ਪਤੰਜਲੀ ਨੂੰ ਫਾਇਦਾ ਪਹੁੰਚਾਇਆ। ਰਿਪੋਰਟ ਤਾਂ ਇਹ ਵੀ ਦੱਸਦੀ ਹੈ ਕਿ ਨਿਆਇਕ ਜੋ ਇਹਨਾਂ ਜੰਗਲਾਤ ਦੀਆਂ ਜ਼ਮੀਨਾਂ ਸੁਰੱਖਿਆ ਪ੍ਰਦਾਨ ਕਰਦੇ ਸਨ ਬਰਾਜ ਜੰਗਲ ਕਟਾਈ ਦੇ ਕਾਨੂੰਨ ਅਤੇ ਇੱਕ ਕੇਂਦਰੀ ਸਰਕਾਰ ਦਾ ਕਾਨੂੰਨ ਹੈ ਜੋ ਦਿੱਲੀ ਅਤੇ ਉਸ ਦੇ ਨਾਲ ਲੱਗਦੇ ਖੇਤਰ ਦੀ ਵਿਸ਼ੇਸ਼ ਜ਼ਮੀਨ ਦੀ ਰੱਖਿਆ ਕਰਦਾ ਹੈ ਉਸ ਨੂੰ ਖਾਰਜ ਕਰ ਦਿੱਤਾ। ਇਹ ਰਿਪੋਰਟ ਇਹ ਵੀ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਕੰਪਨੀਆਂ ਦੇ ਦਸਤਾਵੇਜ਼ਾਂ ਦੇ ਅਧਿਐਨ ਦੇ ਹਵਾਲੇ ਦਿੰਦੇ ਹੋਏ ਅੱਗੇ ਕਿਹਾ ਗਿਆ ਹੈ ਰਾਜ ਦੀ ਟਾਲ ਮਟੋਲ ਦੀ ਅਗਵਾਈ ਦੀ ਜੰਗਲਾਤ ਦੀ ਜ਼ਮੀਨ ਵਿੱਚ ਬੇਨਾਮ ਰੀਅਲ ਐਸਟੇਟ ਕਾਰੋਬਾਰ ਨੂੰ ਫੈਲਾਉਣ ਦੇ ਵਿੱਚ ਮਦਦ ਕੀਤੀ ਗਈ ਹੈ। ਰਾਮਦੇਵ ਦਾ ਪਤੰਜਲੀ ਸਮੂਹ ਜੋ ਆਯੁਰਵੈਦਿਕ ਖੂਬਸੂਰਤੀ ਲਈ ਵਰਤੀਆਂ ਜਾਣ ਵਾਲੇ ਸਮਾਨ ਖੁਰਾਕ FMCG ਉਤਪਾਦਾਂ ਨੂੰ ਵੇਚਦਾ ਹੈ। ਇਸ ਦੇ ਮੁੱਖ ਲਾਭਪਾਤਰੀ ਜਿਹੜੇ ਨੇ ਉਹ ਅੱਜ ਤੱਕ ਇਹ ਸ਼ੱਕੀ ਸੰਸਥਾਵਾਂ ਤੇ ਜਾਲੀ ਕੰਪਨੀਆਂ ਜ਼ਰੀਏ ਅਰਾਵਲੀ ਦੇ ਵਿੱਚ ਜਿਹੜੀ ਜ਼ਮੀਨ ਹੈ ਉਸ ਦੇ ਵੱਡੇ ਹਿੱਸੇ ਦੀ ਖਰੀਦ ਫਰਲੋਤ ਕਰ ਰਹੇ ਨੇ। ਕਲੈਕਟਿਵ ਦੀ ਟੀਮ ਨੇ ਰਿਪੋਰਟ ਰਿਕਾਰਡ ਦੀ ਪੜਚੋਲ ਕਰਕੇ ਇਹ ਪਤਾ ਲਗਾਇਆ ਹੈ ਕਿ ਪਤੰਜਲੀ ਦੇ ਸਾਮਰਾਜ ਨਾਲ ਜੁੜੀਆਂ ਕਰੀਬਨ ਦਰਜਨ ਤੋਂ ਵੱਧ ਅਜਿਹੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਮਾਂਗਰ ਪਿੰਡ ਦੀ ਜ਼ਮੀਨ ਦੇ ਖਰੀਦ ਫਰਲੋਤ ਕੀਤੀ ਹੈ। ਸੂਬੇ ਦੇ ਡਿਜੀਟਲ ਰਿਕਾਰਡਾਂ ਤੋਂ ਪਤਾ ਚੱਲਦਾ ਹੈ ਕਿ ਘੱਟੋ ਘੱਟ 40 ਅਜਿਹੀਆਂ ਜਾਲੀ ਕੰਪਨੀਆਂ ਨੇ ਜਿਨ੍ਹਾਂ ਦੇ ਜ਼ਰੀਏ ਜਿਹੜਾ ਹੈ 42 ਏਕੜ ਜ਼ਮੀਨ ਖਰੀਦੀ ਗਈ ਹੈ। ਕਿਉਂਕਿ ਡਿਜੀਟਲ ਰਿਕਾਰਡ ਬਹੁਤ ਦੇਰ ਬਾਅਦ ਚੜ੍ਹਦੇ ਨੇ ਅਜੇ ਤੱਕ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਿਹੜਾ ਪਤੰਜਲੀ ਗਰੁੱਪ ਹੈ ਨਾਲ ਜੁੜੀਆਂ ਜਾਲੀ ਕੰਪਨੀਆਂ ਜਿਹੜੀਆਂ ਨੇ ਇਸ ਤੋਂ ਵੀ ਵੱਧ ਹੋਣ। ਕਲੈਕਟਿਵ ਦੀ ਟੀਮ ਨੇ ਪਤੰਜਲੀ ਸਮੂਹ ਨਾਲ ਜੁੜੀਆਂ ਇੱਕ ਕੰਪਨੀ ਪਤੰਜਲੀ ਕੋਰੋਰੈਪਕ ਪ੍ਰਾਈਵੇਟ ਲਿਮਟਿਡ ਦੇ ਪੈਸੇ ਦੀ ਵਰਤੋਂ ਦੀ ਪੜਤਾਲ ਵੀ ਕੀਤੀ ਹੈ। ਇਹ ਕੰਪਨੀ ਸਾਲ 2009 ਦੇ ਵਿੱਚ ਰਾਮਦੇਵ ਦੇ ਭਰਾ ਰਾਮ ਭਾਰਤ ਅਤੇ ਰਾਮਦੇਵ ਦੇ ਸਭ ਤੋਂ ਖਾਸ ਸਹਿਯੋਗੀ ਅਤੇ ਪਤੰਜਲੀ ਆਯੁਰਵੈਦਿਕ ਲਿਮਟਿਡ ਦੇ CEO ਆਚਾਰਿਆ ਬਾਲਕ੍ਰਿਸ਼ਨਾ ਨੇ ਖੜੀ ਕੀਤੀ ਸੀ। ਰਾਮਦੇਵ ਅਤੇ ਭਰਤ ਰਾਮ ਦਾ ਕਹਿਣਾ ਹੈ ਕਿ ਇਹ ਕੰਪਨੀ ਪੈਕੇਜਿੰਗ ਮਟੀਰੀਅਲ ਮੈਨੂਫੈਕਚਰਿੰਗ ਦਾ ਕੰਮ ਕਰਦੀ ਹੈ ਪਰ ਪਿਛਲੇ 12 ਸਾਲਾਂ ਦਾ ਰਿਕਾਰਡ ਦੱਸਦਾ ਹੈ ਕਿ ਇਸ ਕੰਪਨੀ ਨੇ ਪੈਕੇਜਿੰਗ ਮਟੀਰੀਅਲ ਦੀ ਦੁਨੀਆ ਦੇ ਵਿੱਚ 1 ਰੁਪਿਆ ਤੱਕ ਨਹੀਂ ਖਰਚਿਆ ਹੈ, ਸਿਰਫ ਜ਼ਮੀਨ ਖਰੀਦਣ ਅਤੇ ਵੇਚਣ ਦਾ ਕੰਮ ਕੀਤਾ ਹੈ। ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤਾਂ ਪੈਕੇਜਿੰਗ ਮਟੀਰੀਅਲ ਮੈਨੂਫੈਕਚਰਿੰਗ ਦਾ ਕੰਮ ਕਰਨ ਵਾਲੀ ਕੰਪਨੀ ਆਪਣੇ ਕੰਮ ਦੇ ਲਈ ਪੱਟੇ ਉੱਤੇ ਜ਼ਮੀਨ ਲੈ ਸਕਦੀ ਹੈ ਜਾਂ ਜ਼ਮੀਨ ਖਰੀਦ ਸਕਦੀ ਹੈ ਪਰ ਜ਼ਮੀਨ ਦੀ ਖਰੀਦੋ ਫਰਲੋਤ ਦਾ ਕੰਮ ਨਹੀਂ ਕਰ ਸਕਦੀ। ਮਗਰ ਇਹ ਕੰਪਨੀ ਪੈਕੇਜਿੰਗ ਦਾ ਕੰਮ ਨਾ ਕਰਦੇ ਹੋਏ ਜ਼ਮੀਨ ਖਰੀਦਣ ਅਤੇ ਵੇਚਣ ਦਾ ਕੰਮ ਦੇ ਉੱਤੇ ਲੱਗੀ ਹੋਈ ਹੈ। ਸਾਲ 2011 ਤੱਕ ਪਤੰਜਲੀ ਨੈਟਵਰਕ ਜ਼ਰੀਏ ਮਿਲੇ ਪੈਸੇ ਦੇ ਨਾਲ ਪਤੰਜਲੀ ਦੇ
ਕੈਰੋਰ ਪੈਕ ਪ੍ਰਾਈਵੇਟ ਲਿਮਟਿਡ ਕੋਲ ਮਾਗਰ ਪਿੰਡ ਦੀ ਤਕਰੀਬਨ 70 ਏਕੜ ਜ਼ਮੀਨ ਦੇ ਮਾਲਕਾਨਾ ਹੱਕ ਸਨ। ਦੀ ਰਿਪੋਰਟਸ ਕਲੈਕਟਿਵ ਨੇ ਪਤੰਜਲੀ ਨਾਲ ਜੁੜਿਆ ਇੱਕ ਹੋਰ ਜਾਲੀ ਕੰਪਨੀ ਦਾ ਪਰਦਾਫਾਸ਼ ਕੀਤਾ ਹੈ। ਇਹ ਕੰਪਨੀ ਹੈ ਕਨਖਲ ਆਯੁਰਵੈਦਿਕ ਪ੍ਰਾਈਵੇਟ ਲਿਮਟਿਡ, ਜੋ 2006 ਦੇ ਵਿੱਚ ਆਚਾਰਿਆ ਬਾਲਕ੍ਰਿਸ਼ਨ ਅਤੇ ਸਵਾਮੀ ਮੁਕਤਾਨੰਦਨ ਦੁਆਰਾ ਆਯੁਰਵੈਦਿਕ, ਯੂਨਾਨੀ, ਹੋਮੋਪੈਥਿਕ, ਐਲੋਪੈਥਿਕ ਦਵਾਈਆਂ ਦੇ ਨਿਰਮਾਣ ਅਤੇ ਵਿਕਰੀ ਦੇ ਲਈ ਬਣਾਈ ਗਈ ਸੀ। ਪਰ ਇਹ ਬਿਨਾਂ ਕੰਮ ਕੀਤੇ ਕੰਪਨੀ ਪੈਸੇ ਕਮਾਉਂਦੀ ਰਹੀ ਹੈ। ਬਾਲਕ੍ਰਿਸ਼ਨਾ ਨੇ ਹੋਰ ਫਰਮਾਂ ਦੀ ਤਰ੍ਹਾਂ ਇਸ ਵਿੱਚ ਪੈਸੇ ਨਿਵੇਸ਼ ਕੀਤੇ ਨੇ, ਪਰ ਕੰਪਨੀ ਆਪਣਾ ਅਸਲੀ ਕੰਮ ਕਰਨ ਦੀ ਬਜਾਏ ਜਿਹੜੀ ਹੈ ਜ਼ਮੀਨਾਂ ਦੀ ਖਰੀਦੋ ਫਰਲੋ ਕਰਦੀ ਰਹੀ ਹੈ। ਇਸ ਦੇ ਨਾਲ ਹੀ ਸਾਲ 2009 ਅਤੇ 11 ਦੌਰਾਨ ਕਨਖਲ ਆਯੁਰਵੇਦ ਦੇ ਮੰਗਰ ਵਿੱਚ 43 ਏਕੜ ਤੋਂ ਵੱਧ ਜ਼ਮੀਨ ਖਰੀਦੀ, ਪਰ ਅਗਸਤ 2011 ਦੇ ਵਿੱਚ ਉਸਨੇ 40 ਏਕੜ ਜੋ ਹੋਰ ਜ਼ਮੀਨ ਦਿੱਲੀ ਦੀ ਕੰਸਟਰਕਸ਼ਨ ਕੰਪਨੀ ਟਪੋਜ਼ ਪ੍ਰੋਪ ਬਿਲਡਰ ਪ੍ਰਾਈਵੇਟ ਲਿਮਟਿਡ ਨੂੰ ਵੇਚ ਦਿੱਤੀ। ਇਸ ਵਿੱਚ ਉਸਨੇ ਮੋਟਾ ਮੁਨਾਫਾ ਕਮਾਇਆ। ਰਿਪੋਰਟ ਦੇ ਵਿੱਚ ਰਾਮਦੇਵ ਦੇ ਕਰੀਬੀਆਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਨਾਮ ਉੱਤੇ ਖੁੱਲ੍ਹੇਆਮ ਇਸ ਤਰ੍ਹਾਂ ਦੀਆਂ ਜਾਲੀ ਕੰਪਨੀਆਂ ਦੇ ਬਾਰੇ ਦੱਸਿਆ ਗਿਆ। ਇਹਨਾਂ ਜ਼ਰੀਏ ਰਾਮਦੇਵ ਨੇ ਆਪਣੇ ਰੀਅਲ ਐਸਟੇਟ ਦਾ ਸਾਮਰਾਜ ਖੜਾ ਕੀਤਾ। ਤਾਂ ਇਸ ਰਿਪੋਰਟ ਦੇ ਨਾਲ ਸਪਸ਼ਟ ਤੌਰ ਤੇ ਪਤਾ ਲੱਗਦਾ ਹੈ ਕਿਸ ਤਰੀਕੇ ਦੇ ਨਾਲ ਬਾਬਾ ਰਾਮਦੇਵ, ਜਿਸ ਨੂੰ ਯੋਗਾ ਗੁਰੂ, ਬਿਜ਼ਨਸਮੈਨ, ਰੀਅਲ ਐਸਟੇਟ ਦਾ ਬਾਦਸ਼ਾਹ ਕਿਹਾ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਪਤੰਜਲੀ ਗਰੁੱਪ ਦੇ ਸਿਰ ਤੇ ਉਸਨੇ ਰੀਅਲ ਐਸਟੇਟ ਧੰਦੇ ਦੇ ਵਿੱਚ ਆਪਣਾ ਬਾਦਸ਼ਾਹਤ ਕਾਇਮ ਕੀਤੀ ਹੈ ਤੇ ਰੀਅਲ ਐਸਟੇਟ ਦਾ ਸਾਮਰਾਜ ਖੜਾ ਕੀਤਾ ਹੈ। ਤੇ ਉੱਥੇ ਹੀ ਦੱਸਦੀ ਹੈ ਇੱਕ ਇਹ ਵੀ ਗੱਲ ਪਤਾ ਚੱਲਦੀ ਹੈ, ਸਰਕਾਰੀ ਰਿਕਾਰਡਾਂ ਤੋਂ ਪਤਾ ਚੱਲਦਾ ਹੈ ਹਰਿਆਣਾ ਸਰਕਾਰ ਨੇ ਇਹ ਯਕੀਨੀ ਬਣਾਉਣ ਦੇ ਲਈ ਠੋਸ ਯਤਨ ਕੀਤੇ ਨੇ ਕਿ ਸੰਵੇਦਨਸ਼ੀਲ ਨਾਜ਼ੁਕ ਅਰਾਵਲੀ ਦੀਆਂ ਜਿਹੜੀ ਪਹਾੜੀਆਂ ਨੂੰ ਸੁਰੱਖਿਆ ਨਾ ਮਿਲੇ। ਸੂਬੇ ਨੇ 1946 ਅਤੇ 2022 ਦੇ ਸੁਪਰੀਮ ਕੋਰਟ ਦੇ ਦੋ ਮਹੱਤਵਪੂਰਨ ਹੁਕਮ ਜੋ ਇਹਨਾਂ ਜੰਗਲਾਤ ਦੀਆਂ ਜ਼ਮੀਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਸਨ, ਰਾਜ ਜੰਗਲ ਕਟਾਈ ਦੇ ਕਾਨੂੰਨ ਅਤੇ ਇੱਕ ਕੇਂਦਰ ਸਰਕਾਰ ਦਾ ਕਾਨੂੰਨ ਜੋ ਦਿੱਲੀ ਅਤੇ ਉਸ ਦੇ ਨਾਲ ਲੱਗਦੇ ਖੇਤਰ ਦੀਆਂ ਵਿਸ਼ੇਸ਼ ਜ਼ਮੀਨਾਂ ਦੀ ਰੱਖਿਆ ਕਰਦਾ ਨੂੰ ਖਾਰਜ ਕਰ ਦਿੱਤਾ। ਰਿਪੋਰਟਰਸ ਕਲੈਕਟਿਵ ਦੁਆਰਾ ਕੰਪਨੀ ਦੇ ਦਸਤਾਵੇਜ਼ਾਂ ਦਾ ਅਧਿਐਨ ਦਾ ਹਵਾਲਾ ਦਿੰਦੇ ਹੋਏ ਅੱਗੇ ਵੀ ਕਿਹਾ ਹੈ, ਰਾਜ ਦੀ ਟਾਲਮਟੋਲ ਦੀ ਅਰਾਵਲੀ ਦੀਆਂ ਜੰਗਲਾਤ ਦੀਆਂ ਜ਼ਮੀਨਾਂ ਵਿੱਚ ਬੇਨਾਮ ਰੀਅਲ ਐਸਟੇਟ ਕਾਰੋਬਾਰ ਨੂੰ ਫੈਲਾਉਣ ਦੇ ਵਿੱਚ ਮਦਦ ਕੀਤੀ ਹੈ। ਬਾਬਾ ਰਾਮਦੇਵ ਦਾ ਪਤੰਜਲੀ ਸਮੂਹ ਜੋ ਆਯੁਰਵੇਦ, ਖੂਬਸੂਰਤੀ ਦੇ ਵਰਤੇ ਜਾਣ ਵਾਲੇ ਸਮਾਨ, ਖੁਰਾਕ, FMCG ਉਤਪਾਦਾਂ ਨੂੰ ਵੇਚਦਾ। ਇਸ ਦੇ ਵਿੱਚ ਮੁੱਖ ਲਾਭਪਾਤਰੀ ਜੋ ਸੀ ਹੁਣ ਤੱਕ ਇੱਕ ਸ਼ੱਕੀ ਸੰਸਥਾ ਜਾਲੀ ਕੰਪਨੀ ਜ਼ਰੀਏ ਅਰਾਵਲੀ ਦੇ ਵਿੱਚ ਜ਼ਮੀਨ ਦੇ ਵੱਡੇ ਹਿੱਸੇ ਦੀ ਖਰੀਦੋ ਫਰੋ ਕੀਤੀ ਜਾ ਰਹੀ ਹੈ। ਤੇ ਹੁਣ ਤੁਸੀਂ ਇਹਨਾਂ ਤੋਂ ਪਤਾ ਚਲਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਬਾ ਰਾਮਦੇਵ ਨੇ ਆਪਣਾ ਸਾਮਰਾਜ ਰੀਅਲ ਐਸਟੇਟ ਦੇ ਵਿੱਚ ਖੜਾ ਕੀਤਾ ਹੈ ਤੇ ਕਿਸ ਤਰੀਕੇ ਦੇ ਨਾਲ ਇੱਕ ਛੋਟੇ ਜਿਹੇ ਪਿੰਡ ਦੀ ਜੰਗਲ ਦੇ ਅਧੀਨ ਆਉਣ ਵਾਲੀ ਜ਼ਮੀਨ ਨੂੰ ਆਪਣੇ ਨਾਮ ਕਰਵਾਇਆ, ਕਿਸ ਤਰੀਕੇ ਦੇ ਨਾਲ ਵੱਡੀਆਂ ਜਾਲੀ ਕੰਪਨੀਆਂ ਖੋਲੀਆਂ ਨੇ ਜਿਸ ਦੇ ਜ਼ਰੀਏ ਜ਼ਮੀਨਾਂ ਖਰੀਦੀਆਂ ਤੇ ਵੇਚੀਆਂ ਜਾ ਰਹੀਆਂ। ਅਜੇ ਸਰਕਾਰੀ ਜਿਹੜੇ ਦਸਤਾਵੇਜ਼ ਸਾਹਮਣੇ ਆਏ ਨੇ ਉਸ ਦੇ ਵਿੱਚ ਤਾਂ ਅਜੇ ਘੱਟ ਜ਼ਮੀਨਾਂ ਹੀ ਪਤਾ ਚੱਲੀਆਂ ਨੇ, ਪਰ ਜਦੋਂ ਹੋਰ ਜਿਹੜੇ ਨਾਮ ਚੜ੍ਹਨੇ ਨੇ ਡਿਜੀਟਲਾਈਜ਼ ਤਾਂ ਪਤਾ ਹੋਰ ਚੱਲੇਗਾ ਕਿਸ ਤਰੀਕੇ ਦੇ ਨਾਲ ਬਾਦਸ਼ਾਹਤ ਹੋਰ ਕਾਇਮ ਕੀਤੀ ਹੈ। ਤੇ ਬੀਤੇ ਕੁਝ ਦਿਨ ਪਹਿਲਾਂ ਵੀ ਰਾਮਦੇਵ ਦੀਆਂ ਕੰਪਨੀਆਂ ਨੂੰ ਲੈ ਕੇ ਜਿਹੜਾ ਹੈ ਉਹ ਕਾਫੀ ਵੱਡਾ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੀ। ਸੁਪਰੀਮ ਕੋਰਟ ਨੇ ਰਾਮਦੇਵ ਦੇ ਇੱਕ ਪ੍ਰੋਡਕਟ ਜਿਨ੍ਹਾਂ ਦੇ ਵਿੱਚ ਦਾਅਵੇ ਕੀਤੇ ਗਏ ਨਾ ਆਯੁਰਵੇਦ ਦਾ 100% ਦਾਅਵਾ ਕੀਤਾ ਗਿਆ, ਉਸ ਦੇ ਉੱਪਰ 1 ਕਰੋੜ ਤੱਕ ਦਾ ਇੱਕ ਪ੍ਰੋਡਕਟ ਉੱਪਰ ਜੁਰਮਾਨਾ ਲਗਾਉਣ ਦੀ ਵੀ ਗੱਲ ਆਖੀ ਹੈ ਕਿ ਜੇਕਰ ਅਸੀਂ ਦਾਅਵੇ ਤੇ ਵਿੱਚ ਇਹ ਖਰੇ ਨਾ ਉਤਰੇ ਜਿਹੜੇ ਪ੍ਰੋਡਕਟਸ ਨੇ ਤਾਂ ਅਸੀਂ ਇੰਨਾ ਜੁਰਮਾਨਾ ਜ਼ਰੂਰ ਲਗਾਵਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਰਿਵਾਇਰ ਦੀ ਇਸ ਰਿਪੋਰਟ ਨੇ ਕਾਫੀ ਵੱਡੇ ਖੁਲਾਸੇ ਕੀਤੇ ਨੇ ਤੇ ਹੁਣ ਕੇਂਦਰ ਸਰਕਾਰ ਦੀ ਵੀ ਇਸ ਰਿਪੋਰਟ ਦੇ ਜ਼ਰੀਏ ਪਤਾ ਚੱਲਿਆ ਹੈ ਕਿ ਮਿਲੀ ਭੁਗਤ ਕਿਤੇ ਨਾ ਕਿਤੇ ਰਹੀ ਹੈ। ਹਰਿਆਣਾ ਸਰਕਾਰ ਦੇ ਵੱਲੋਂ ਤਾਂ ਰਾਹ ਪੱਧਰੇ ਆਰਾਮ ਕਰ ਦਿੱਤੇ ਗਏ ਨੇ। ਤਾਂ ਹੁਣ ਜਿਹੜੀ ਹੈ ਇਸ ਰਿਪੋਰਟ ਦੇ ਆਉਣ ਨਾਲ ਸਿਆਸੀ ਗਲਿਆਰੇ ਦੇ ਵਿੱਚ ਸਿਆਸਤ ਤਾਂ ਪੂਰੀ ਛਿੜ ਚੁੱਕੀ ਹੈ। ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ।